बिस्मिल्लाहिर्रहमानिर्रहीम अस्सलाम वालेकुम। ਅੱਜ ਤੁਹਾਡੇ ਵਾਸਤੇ ਬੜੀ ਅੱਛੀ ਵੀਡੀਓ ਲੈ ਕੇ ਆਇਆ ਜਿੰਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਹਸਦ ਕੀ ਹੁੰਦਾ ਹੈ ਤੇ ਇਹ ਕਿਵੇਂ ਕੀਤਾ ਜਾਂਦਾ ਹੈ, ਲੋਕ ਕਿਉਂ ਕਰਦੇ ਨੇ, ਇਹਦੇ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ। ਇੱਕ ਆਦਮੀ ਸੀ, ਉਹਨੇ ਕੋ ਘਰ ਦੇ ਵਿੱਚ ਲੇਬਰ ਦਾ ਕੰਮ ਕਰਵਾਉਣਾ ਸੀ ਤੇ ਉਹਨੂੰ ਮਜ਼ਦੂਰਾਂ ਦੀ ਜ਼ਰੂਰਤ ਸੀ। ਉਹ ਆਮ ਸ਼ਹਿਰਾਂ ਦੇ ਵਿੱਚ ਅੱਡੇ ਬਣੇ ਨੇ ਤੇ ਉੱਥੇ ਮਜ਼ਦੂਰ ਆਣ ਕੇ ਬੈਠ ਜਾਂਦੇ ਨੇ। ਜਿਹੜੇ ਆਦਮੀ ਨੂੰ ਮਜ਼ਦੂਰ ਦੀ ਜ਼ਰੂਰਤ ਹੋਵੇ ਉਹ ਅੱਡੇ ਦੇ ਵਿੱਚ ਜਾਂਦਾ ਹੈ ਤੇ ਉਸ ਤੋਂ ਮਜ਼ਦੂਰ ਲੈ ਕੇ ਆ ਜਾਂਦਾ ਹੈ। ਇਹ ਭਾਈ ਹਰੀ ਵੀ ਜਿਹੜੇ ਨੇ ਨਾ ਮੋਟਰਸਾਈਕਲ ਫੜੀ ਤੇ ਅੱਡੇ ਦੇ ਵਿੱਚ ਚਲੇ ਗਏ। ਜਾ ਕੇ ਵੇਖਿਆ ਵੀ ਉੱਥੇ ਕਾਫੀ ਮਜ਼ਦੂਰ ਬੈਠੇ ਨੇ। ਉੱਥੋਂ ਦੋ ਮਜ਼ਦੂਰ ਜਿਹੜੇ ਨੇ ਉਹ ਇਹਨਾਂ ਨੇ ਲੈ ਮੋਟਰਸਾਈਕਲ ਦੇ ਪਿੱਛੇ ਬਿਠਾਏ ਤੇ ਆਪਣੇ ਘਰ ਲੈ ਆਏ। ਘਰ ਆਣ ਕੇ ਤੇ ਉਹਨਾਂ ਕੰਮ ਵਹਾਇਆ। ਉਹਨਾਂ ਮਜ਼ਦੂਰਾਂ ਨੂੰ ਕਿਹਾ ਵੀ ਇਹ ਕੰਮ ਹੈ ਤੇ ਸ਼ਾਮ ਤੱਕ ਜਿਹੜਾ ਨਾ ਇਹਨੂੰ ਕੰਪਲੀਟ ਕਰਨਾ। ਉਹ ਮਜ਼ਦੂਰ ਲੱਗ ਪਏ। 12 ਵਜੇ ਤੱਕ ਉਹਨਾਂ ਕੰਮ ਕੀਤਾ, ਲੇਕਿਨ ਉਹ ਜਿਹੜਾ ਮਾਲਕ ਸੀ ਉਹਨੂੰ ਇਹ ਮਹਿਸੂਸ ਹੋ ਗਿਆ ਵੀ ਇਹਨਾਂ ਮਜ਼ਦੂਰਾਂ ਤੋਂ ਇਹ ਕੰਮ ਸ਼ਾਮ ਤੱਕ ਖਤਮ ਨਹੀਂ ਹੋਣਾ। ਉਹ ਅੱਡੇ ਦੇ ਵਿੱਚ ਗਿਆ ਤੇ ਉੱਥੋਂ ਦੋ ਮਜ਼ਦੂਰ ਹੋਰ ਲੈ ਆਇਆ। ਉਹਨਾਂ ਨੂੰ ਵੀ ਲਿਆ ਕੇ ਉੱਥੇ ਕੰਮ ਤੇ ਲਾ ਦਿੱਤਾ ਤੇ ਉਹਨਾਂ ਚਾਰਾਂ ਮਜ਼ਦੂਰਾਂ ਨੂੰ ਫਿਰ ਦੁਬਾਰਾ ਆਖਿਆ ਵੀ ਇਹ ਜਿਹੜਾ ਕੰਮ ਮੈਂ ਤੁਹਾਨੂੰ ਦੱਸਣਾ ਪਿਆ ਇਹ ਸ਼ਾਮ ਤੱਕ ਕੰਪਲੀਟ ਕਰ ਦੇਣਾ। ਉਹ ਚਾਰ ਬੰਦੇ ਲੱਗ ਪਏ। ਜਦੋਂ ਕੋਈ 2 ਵਜੇ ਤੇ ਉਹ ਮਾਲਕ ਸੀ ਜਿਹੜਾ ਉਹਨਾਂ ਚਾਰਾਂ ਮਜ਼ਦੂਰਾਂ ਨੂੰ ਖਾਣਾ ਖਵਾਇਆ, ਚਾਹ ਪਿਆਈ, ਸਿਗਰਟ ਪਾਣੀ ਦਿੱਤਾ, ਜਿਹੜੀ ਉਹਨਾਂ ਦੀ ਜ਼ਰੂਰਤ ਸੀ ਉਹ ਪੂਰੀ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਆਹ ਕੰਮ ਜਿਹੜਾ ਨਾ ਮੈਨੂੰ ਲੱਗਦਾ ਨਹੀਂ ਵੀ ਸ਼ਾਮ ਤੱਕ ਮੁਕੰਮਲ ਹੋ ਜਾਵੇ ਤੇ ਅੱਡੇ ਦੇ ਵਿੱਚ ਹੁਣ ਕੋਈ ਮਜ਼ਦੂਰ ਮਿਲਣਾ ਨਹੀਂ ਦਾ ਤੇ ਤੁਹਾਡੇ ਕੋਈ ਕਰੀਬੀ ਕਿਸੇ ਕੋਲ ਕਿਸੇ ਮਜ਼ਦੂਰ ਦਾ ਫੋਨ ਨੰਬਰ ਹੋਵੇ ਤੇ ਆਪਾਂ 2 ਮਜ਼ਦੂਰ ਹੋਰ ਲਾ ਲਈਏ। ਗੱਲ ਮੁੱਕਦੀ ਏ ਵੀ 6 ਮਜ਼ਦੂਰ ਹੋ ਗਿਆ। 2 ਮਜ਼ਦੂਰਾਂ ਦਾ ਰੇਂਜ ਉਹ ਮਾਲਕ ਨੇ ਹੋਰ ਕੀਤਾ। ਉਹ 6 ਬੰਦੇ ਲੱਗ ਪਏ ਤੇ 6 ਬੰਦੇ ਜਿਹੜੇ ਇਹਨਾਂ ਨੂੰ ਉਹਨਾਂ ਅਣਥੱਕ ਮਿਹਨਤ ਕੀਤੀ। ਸ਼ਾਮ ਤੱਕ ਉਹ ਜਿਹੜਾ ਮਾਲਕ ਦਾ ਕੰਮ ਸੀ ਉਹ ਮੁਕੰਮਲ ਹੋ ਗਿਆ। ਮਾਲਕ ਬਹੁਤ ਖੁਸ਼ ਹੋਇਆ। ਸ਼ਾਮ ਤੱਕ ਮਾਲਕ ਉਹਨਾਂ ਦੇ ਕੋਲ ਹੀ ਰਿਹਾ। ਜਦੋਂ ਮਜ਼ਦੂਰੀ ਦਾ ਟਾਈਮ ਆਇਆ ਤੇ ਜਿਹੜੇ ਮਜ਼ਦੂਰ ਸਵੇਰ ਪਹਿਲੇ ਟਾਈਮ ਮਾਲਕ ਅੱਡੇ ਦੇ ਵਿੱਚੋਂ ਲੈ ਕੇ ਆਇਆ ਸੀ ਉਹਨਾਂ ਨੂੰ ਬੁਲਾਇਆ। ਉਹਨਾਂ ਨਾਲ 800 ਰੁਪਇਆ ਦਿਹਾੜੀ ਦਾ ਮੁੱਕਾ ਸੀ। ਮਾਲਕ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢੇ ਤੇ 800 ਰੁਪਇਆ ਇੱਕ ਮਜ਼ਦੂਰ ਨੂੰ ਤੇ 800 ਦੂਜੇ ਨੂੰ ਦਿੱਤਾ। ਉਸ ਤੋਂ ਬਾਅਦ 200 ਰੁਪਇਆ ਇਨਾਮ ਦੇ ਤੌਰ ਤੇ ਉਹਨਾਂ 2 ਮਜ਼ਦੂਰਾਂ ਨੂੰ ਦੇ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਖੁਸ਼ ਜੇ ਇਹ ਪੈਸੇ ਲੈ ਕੇ? ਉਹਨਾਂ ਜਨਾਬ ਅਸੀਂ ਬਹੁਤ ਖੁਸ਼ ਹਾਂ, ਅਸੀਂ ਤਾਂ 800 ਰੁਪਇਆ ਲੈਣਾ ਸੀ, ਤੁਸੀਂ 200 ਰੁਪਇਆ ਇਜ਼ਾਫੀ ਇਨਾਮ ਦੇ ਤੌਰ ਤੇ ਦਿੱਤਾ ਹੈ, ਸਾਨੂੰ ਬੜੀ ਖੁਸ਼ੀ ਹੈ। ਉਸ ਤੋਂ ਬਾਅਦ ਜਿਹੜੇ ਮਜ਼ਦੂਰ ਉਹ 2 ਅੱਡੇ ਦੇ ਵਿੱਚੋਂ ਲੈ ਕੇ ਆਇਆ ਸੀ 12 ਵਜੇ ਉਹਨਾਂ ਨੂੰ ਬੁਲਾਇਆ। ਉਹਨਾਂ ਨਾਲ ਵੀ 800 ਰੁਪਇਆ ਹੀ ਮੁੱਕਾ ਸੀ। ਮਾਲਕ ਨੇ 800 ਰੁਪਇਆ ਉਹਨਾਂ ਨੂੰ ਵੀ ਦਿੱਤਾ ਤੇ 200 ਰੁਪਇਆ ਇਨਾਮ ਦਾ ਜਿਵੇਂ ਪਹਿਲੇ ਮਜ਼ਦੂਰਾਂ ਨੂੰ ਦਿੱਤਾ ਉਵੇਂ ਇਹਨਾਂ ਨੂੰ ਵੀ ਦੇ ਦਿੱਤਾ। ਉਹਨਾਂ ਨੂੰ ਕਿਹਾ ਵੀ ਖੁਸ਼ ਜੇ? ਉਹਨਾਂ ਹੈ ਜੀ ਬਹੁਤ ਜ਼ਿਆਦਾ ਖੁਸ਼ ਹਾਂ, ਅਸੀਂ 12 ਵਜੇ ਆਏ ਹਾਂ, ਸਾਰਾ ਦਿਨ ਕੰਮ ਵੀ ਨਹੀਂ ਕੀਤਾ ਤੇ ਸਾਨੂੰ ਵੀ ਦਿਹਾੜੀ ਜਿਹੜੀ ਪਹਿਲਿਆਂ ਦੇ ਬਰਾਬਰ ਹੀ ਮਿਲ ਗਈ। ਲੇਕਿਨ ਉਹ ਜਿਹੜੇ ਪਹਿਲੇ ਮਜ਼ਦੂਰ ਸੀ ਨਾ, ਜਿਹੜੇ ਸੁਬਹ ਵਾਲੇ ਸੀ, ਜਦੋਂ ਉਹਨਾਂ ਵੇਖਿਆ ਵੀ ਇਹ ਜਿਹੜੇ 12 ਵਜੇ ਆਏ ਸੀ ਬੰਦੇ ਇਹਨਾਂ ਨੂੰ ਵੀ ਦਿਹਾੜੀ ਪੂਰੀ ਤੇ ਇਨਾਮ ਸਾਡੇ ਬਰਾਬਰ ਮਿਲ ਗਿਆ, ਉਹਨਾਂ ਆਪਣਾ ਜਿਹੜਾ ਨਾ ਮੂੰਹ ਐ ਲਮਕਾ ਲਿਆ ਤੇ ਮਾਲਕ ਨੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੈ, ਤੁਸੀਂ ਪਰੇਸ਼ਾਨ ਕਿਉਂ ਜੇ, ਚੁੱਪ ਕਿਉਂ ਬੈਠੇ ਜੇ, ਗੱਲ ਕਿਉਂ ਨਹੀਂ ਕੋ ਕਰਦੇ? ਨਹੀਂ ਜੀ ਕੋਈ ਗੱਲ ਨਹੀਂ ਜੀ, ਸਾਨੂੰ ਕੋਈ ਮਸਲਾ ਨਹੀਂ, ਅਸੀਂ ਬਿਲਕੁਲ ਖੁਸ਼ ਹਾਂ। ਤੇ ਜਿਹੜੀ ਦਿਲ ਵਾਲੀ ਗੱਲ ਹੁੰਦੀ ਨਾ ਉਹ ਬਾਹਰ ਆ ਹੀ ਜਾਂਦੀ ਹੁੰਦੀ ਏ। ਉਹਨਾਂ ਦੇ ਵਿੱਚੋਂ ਇੱਕ ਮਜ਼ਦੂਰ ਜਿਹੜਾ ਹੈ ਨਾ ਉਹਨੇ ਐਸਾ ਜਿਹਾ ਕਿਹਾ, ਲੋ ਜੀ ਸਾਨੂੰ ਵੀ 800 ਰੁਪਈਆ ਹੀ ਦਿਹਾੜੀ ਤੇ ਇਹ 12 ਵਜੇ ਆਏ ਨੇ ਤੇ ਇਹਨਾਂ ਨੂੰ ਵੀ 800 ਰੁਪਈਆ ਦਿਹਾੜੀ ਤੇ ਜਿੰਨਾ ਨਾਮ ਸਾਨੂੰ ਮਿਲਿਆ ਹੈ ਓਨਾ ਹੀ ਇਹਨਾਂ ਨੂੰ ਮਿਲ ਗਿਆ, ਇਹਨਾਂ ਨੂੰ ਕੰਧ ਲਈ ਦਿੱਤਾ ਜੀ। ਖੈਰ ਮਾਲਕ ਨੇ ਇਹ ਗੱਲ ਸੁਣੀ, ਉਹਦਾ ਜਵਾਬ ਕੋਈ ਨਾ ਦਿੱਤਾ। ਜਿਹੜੇ ਮਜ਼ਦੂਰ 4 ਵਜੇ ਆਏ ਸੀ ਉਹਨਾਂ ਨੂੰ ਬੁਲਾਇਆ ਗਿਆ। ਮਾਲਕ ਨੇ ਉਹਨਾਂ ਨੂੰ ਵੀ ਦਿਹਾੜੀ 800 ਰੁਪਈਆ 200 ਰੁਪਈਆ ਇਨਾਮ ਦਾ ਉਹਨਾਂ ਨੂੰ ਵੀ ਦੇ ਦਿੱਤਾ। ਜਦੋਂ ਉਹਨਾਂ ਨੂੰ ਇਹ ਇਨਾਮ ਮਿਲਿਆ ਤੇ 800 ਰੁਪਈਆ ਦਿਹਾੜੀ ਮਿਲੀ, ਉਹ ਤਾਂ ਪੁੱਠੀਆਂ ਛਾਲਾਂ ਮਾਰਨ ਲੱਗ ਪਏ ਤੇ ਬੜੇ ਖੁਸ਼ ਹੋਏ ਇਸ ਗੱਲ ਤੇ
ਵੀ 4 ਵਜੇ ਆਏ ਸਾਂ 2-3 ਘੰਟੇ ਕੰਮ ਕੀਤਾ ਤੇ ਮਾਲਕ ਨੇ ਜਿਹੜਾ ਬਹੁਤ ਅੱਛੀ ਦਿਹਾੜੀ ਦਿੱਤੀ ਹੈ। ਲੇਕਿਨ ਜਦੋਂ ਉਹਨੇ ਦੂਸਰੇ ਮਜ਼ਦੂਰਾਂ ਨੂੰ ਵੇਖਿਆ ਤੇ ਸਵੇਰ ਵਾਲੇ ਮਜ਼ਦੂਰ ਤੇ ਜਿਹੜੇ ਦੁਪਹਿਰ 12 ਵਜੇ ਆਏ ਸੀ ਉਹ ਮਜ਼ਦੂਰ, ਇਹ ਚਾਰੇ ਜਿਹੜਾ ਮੂੰਹ ਲਮਕਾ ਕੇ ਬੈਠੇ ਨੇ। ਮਾਲਕ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਮਸਲਾ ਹੈ? ਉਹਨਾਂ ਖੁੱਲ ਖਿਲਾ ਕੇ ਕਿਹਾ, ਉਹਨਾਂ ਜਨਾਬ ਅਸੀਂ ਸਵੇਰ ਦੇ ਆਏ ਹਾਂ। ਦੂਜਿਆਂ ਕਿਹਾ ਵੀ ਅਸੀਂ 12 ਵਜੇ ਦੇ ਆਏ ਹਾਂ। ਇਹ 4 ਵਜੇ ਆਏ ਨੇ, ਨਾ ਕੰਮ ਵੀ ਥੋੜਾ ਕੀਤਾ ਹੈ ਤੇ ਇਹਨਾਂ ਨੂੰ ਵੀ ਦਿਹਾੜੀ ਤੁਸੀਂ ਪੂਰੀ ਦਿੰਦੇ ਜੇ, ਇਨਾਮ ਵੀ ਇਹਨਾਂ ਨੂੰ ਦੇ ਦਿੱਤਾ, ਇਹਨਾਂ ਨੂੰ ਕੰਨ ਲਈ ਦਿੱਤਾ ਜੀ। ਖੈਰ ਮਾਲਕ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਤੁਹਾਡੇ ਨਾਲ ਮੁਆਵਜ਼ਾ ਤੈਅ ਹੋਇਆ ਸੀ ਉਹ ਤੁਹਾਨੂੰ ਮਿਲ ਗਿਆ ਹੈ ਨਾ? ਤੁਹਾਨੂੰ ਇਨਾਮ ਵੀ ਦਿੱਤਾ 200-200 ਰੁਪਈਆ, ਤੇ ਤੁਸੀਂ ਫੇਰ ਇਤਰਾਜ਼ ਕਿਉਂ ਕਰਦੇ ਜੀ? ਉਹਨਾਂ ਕਿਹਾ ਜੀ ਨਹੀਂ ਜੀ, ਸਾਨੂੰ ਜਿਹੜਾ ਨਾ ਇਹ ਬਹੁਤ ਜਿਹੜਾ ਬੁਰਾ ਲੱਗਾ ਹੈ, ਤੁਸੀਂ ਬਹੁਤ ਬੁਰਾ ਸਲੂਕ ਕੀਤਾ ਹੈ। ਉਹ ਐਵੇਂ ਕਰਦੇ ਕਰਦੇ ਜਿਹੜਾ ਨਾ ਚਲੇ ਗਏ। ਇਹ ਗੱਲ ਸੁਣਾਉਣ ਦਾ ਮਕਸਦ ਇਹ ਆ ਵੀ ਜਿਹੜਾ ਹਸਦ ਹੈ ਨਾ, ਉਹ ਇਸ ਚੀਜ਼ ਦਾ ਨਾਂ ਹੈ ਵੀ ਹਾਸਦ ਬੰਦਾ ਸੋਚਦਾ ਹੈ ਵੀ ਇਹ ਜਿਹੜੀ ਦੂਸਰੇ ਕੋਲ ਚੀਜ਼ ਹੈ ਇਹ ਮੈਨੂੰ ਮਿਲੇ ਭਾਵੇਂ ਨਾ ਮਿਲੇ, ਇਹਦੇ ਕੋਲ ਨਾ ਰਵੇ। ਹਸਦ ਇਹ ਚੀਜ਼ ਜਿਹੜੀ ਅੱਲਾ ਨੇ ਤਕਸੀਮ ਕੀਤੀ ਹੈ ਨਾ, ਉਹਦੇ ਤੋਂ ਖੁਸ਼ ਨਹੀਂ ਹੁੰਦੇ। ਬਾਬਾ ਇਸ਼ਫਾਕ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਬਾਬਾ ਜੀ ਹਸਦ ਕੀ ਹੁੰਦਾ ਹੈ? ਤੇ ਬਾਬਾ ਜੀ ਨੇ ਜਵਾਬ ਦਿੱਤਾ ਵੀ ਹਸਦ ਇਸ ਚੀਜ਼ ਦਾ ਨਾਂ ਹੈ ਵੀ ਜਿਹੜੀ ਤਕਸੀਮ ਅੱਲਾ ਨੇ ਕੀਤੀ ਹੈ ਬੰਦਾ ਉਹਦੇ ਤੇ ਖੁਸ਼ ਨਾ ਹੋਵੇ, ਇਹਨੂੰ ਹਸਦ ਕਿਹਾ ਜਾਂਦਾ ਹੈ। ਇਸ ਵਾਸਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਾਫੀ ਜਿਹੜਾ ਅਮਾਲ ਦੱਸੇ ਨੇ। ਜਦੋਂ ਸਵੇਰ ਦੇ ਟਾਈਮ ਤੇ ਤੁਸੀਂ ਉੱਠਦੇ ਜੇ, ਨਮਾਜ਼ ਤੋਂ ਫਾਰਿਗ ਹੁੰਦੇ ਜੇ ਤੇ ਅਜ਼ਕਾਰ ਮੁਕੰਮਲ ਕਰੋ। ਉਹ ਅਜ਼ਕਾਰ ਜਿਹੜੇ ਨੇ ਸੁਬਹ ਦੇ ਸ਼ਾਮ ਦੇ ਇਸ ਵਾਸਤੇ ਹੁੰਦੇ ਨੇ ਵੀ ਕੋਈ ਬੰਦਾ ਅਗਰ ਹਸਦ ਕਰਦਾ ਵੀ ਹੈ ਪਿਆ ਤੇ ਤੁਹਾਨੂੰ ਉਹਦਾ ਅਸਰ ਨਾ ਹੋਵੇ। ਹਸਦ ਇੱਕ ਇੰਨੀ ਬੁਰੀ ਚੀਜ਼ ਹੈ ਵੀ ਇੱਕ ਬੰਦਾ ਅਗਰ ਹਸਦ ਕਰਦਾ ਹੈ ਨਾ ਪਿਆ ਤੇ ਉਹਦਾ ਅਸਰ ਦੂਸਰੇ ਨੂੰ ਪਹੁੰਚ ਜਾਂਦਾ ਹੈ ਤੇ ਉਹਦੇ ਦਿਮਾਗ ਦੇ ਵਿੱਚੋਂ ਜਿਹੜੀਆਂ ਸ਼ੌਵਾਂ ਨੇ ਇਹ ਇਹਦੇ ਦਿਲ ਤੇ ਅਸਰ ਕਰਦੀਆਂ। ਲਿਹਾਜ਼ਾ ਸੁਬਹ ਤੇ ਸ਼ਾਮ ਦੇ ਅਜ਼ਕਾਰ ਮਿਹਰਬਾਨੀ ਕਰਕੇ ਮੇਰੀ ਵੀ ਰਿਕੁਐਸਟ ਹੈ ਵੀ ਇਹ ਲਾਜ਼ਮੀ ਪੂਰੇ ਕਰ ਲਿਆ ਕਰੋ। ਅੱਜ ਕੱਲ ਹਰ ਦੂਸਰਾ ਤੀਸਰਾ ਬੰਦਾ ਹਸਦ ਹੈ। ਅਗਰ ਅਸੀਂ ਸਾਰੇ ਦੇ ਸਾਰੇ ਵੀ ਜਿਹੜੇ ਹਸਦ ਦੇ ਵਿੱਚ ਮੁਬਤਲਾ ਕਹਿ ਦਈਏ ਤੇ ਸ਼ਾਇਦ ਕਿਸੇ ਹੱਦ ਤੱਕ ਇਹ ਗੱਲ ਠੀਕ ਹੋਵੇ, ਲੇਕਿਨ ਅੱਲਾ ਮਾਸ਼ਾਅੱਲਾ ਕਾਫੀ ਲੋਕ ਅੱਛੇ ਵੀ ਨੇ। ਹੁਣ ਦੋ ਬੰਦੇ ਜਿਹੜੇ ਨੇ ਉਹ ਆਮੋ ਸਾਹਮਣੇ ਦੁਕਾਨਾਂ ਬਣਾ ਲੈਂਦੇ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ। ਹੁਣ ਕੁਝ ਗਾਹਕ ਉਸ ਦੁਕਾਨ ਦੇ ਵਿੱਚ ਚਲੇ ਜਾਂਦੇ ਨੇ, ਕੁਝ ਇਹਦੀ ਦੁਕਾਨ ਦੇ ਵਿੱਚ ਆ ਜਾਂਦੇ ਨੇ ਤੇ ਇਹਦੇ ਵਿੱਚੋਂ ਇਹਦੇ ਗਾਹਕ ਜਦੋਂ ਖਤਮ ਹੋ ਜਾਂਦੇ ਨੇ, ਇਹ ਕੁਰਸੀ ਚੁੱਕਦਾ ਤੇ ਬੂਹੇ ਦੇ ਵਿੱਚ ਬਹਿ ਜਾਂਦਾ ਹੈ ਤੇ ਉਹ ਦੂਸਰੇ ਦੁਕਾਨਦਾਰ ਨੂੰ ਵੇਖੀ ਜਾਂਦਾ ਹੈ ਵੀ ਉਧਰ ਕਿਹੜਾ ਬੰਦਾ ਜਾ ਰਿਹਾ, ਕਿਹੜਾ ਸੌਦਾ ਲੈ ਰਿਹਾ ਉੱਥੋਂ, ਕਿਹੜਾ ਵਾਪਸ ਆ ਰਿਹਾ। ਇਹਨੂੰ ਆਪਣਾ ਫਿਕਰ ਨਹੀਂ ਹੈਗਾ ਵੀ ਮੈਂ ਆਪਣੇ ਕੰਮ ਦੇ ਵਿੱਚ ਦਿਲ ਲੱਗੀ ਨਾਲ ਮਿਹਨਤ ਕਰਾਂ, ਇਹ ਦੂਸਰੇ ਨੂੰ ਵੇਖੀ ਜਾਂਦਾ। ਅਗਰ ਉਹਨੇ ਅਜ਼ਕਾਰ ਮੁਕੰਮਲ ਕੀਤੇ ਨੇ ਸੁਬਹ ਦੇ ਟਾਈਮ ਤੇ ਬਿਸਮਿल्लाहिल्लाज़ी ला यज़ुर्रु मा अस्मिही शैउन फिल अर्ज़ि वला फिस समाए व हुव समीउल अलीम। हजूर सल्लल्लाहु अलैहि वसल्लम ने ਇਹ ਦੱਸਿਆ ਵੀ ਸੁਬਹ ਦੇ ਟਾਈਮ ਤੇ ਜਿਹੜਾ ਬੰਦਾ ਇਹ 3 ਵਾਰਾਂ ਪੜ੍ਹ ਲੈਂਦਾ ਹੈ, ਅੱਲਾਹ ਤਾਲਾ ਉਹਦੀ ਹਿਫਾਜ਼ਤ ਫਰਿਸ਼ਤਿਆਂ ਦੇ ਜ਼ਰੀਏ ਕਰਵਾਉਂਦੇ ਨੇ। ਉਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਅਸਰ ਅੰਦਾਜ਼ ਨਹੀਂ ਹੁੰਦੀਆਂ, ਕੋਈ ਉਹਦਾ ਨੁਕਸਾਨ ਨਹੀਂ ਹੁੰਦਾ। ਇਸ ਤਰ੍ਹਾਂ ਜਦੋਂ ਤੁਸੀਂ ਰਾਤ ਜਿਹੜਾ ਆਪਣਾ ਸੌਣਾ ਹੈ ਜਾਂ ਅਸਰ ਦੀ ਨਮਾਜ਼ ਤੋਂ ਬਾਅਦ ਜੋ ਨਮਾਜ਼ ਮੁਕੰਮਲ ਕਰ ਲੈਂਦੇ ਜੀ, 3 ਦਫਾ ਉਦੋਂ ਪੜ੍ਹ ਲੈਣਾ, 3 ਦਫਾ ਸੁਬਹ, 3 ਦਫਾ ਸ਼ਾਮ, ਤੁਹਾਡੀ ਮੁਕੰਮਲ ਹਿਫਾਜ਼ਤ ਅੱਲਾ ਨੇ ਕਰ ਦਿੱਤੀ ਹੈ। ਫਰਿਸ਼ਤੇ ਤੁਹਾਡੀ ਹਿਫਾਜ਼ਤ ਕਰਨਗੇ ਤੇ ਆਪਣੇ ਆਪ ਨੂੰ ਵੀ ਹਸਦ ਤੋਂ ਦੂਰ ਰੱਖਣਾ ਹੈ। ਹਸਦ ਇੱਕ ਐਸੀ ਨਾਮੁਰਾਦ ਚੀਜ਼ ਹੈ, ਹਸਦ ਨੇਕੀਆਂ ਨੂੰ ਖਾ ਜਾਂਦਾ ਹੈ। ਖਾ ਐਵੇਂ ਜਾਂਦਾ ਹੈ ਜਿਵੇਂ ਲੱਕੜੀ ਨੂੰ ਅੱਗ ਜਿਹੜੀ ਹੈ ਉਹ ਸੁਆਹ ਕਰ ਦਿੰਦੀ ਹੈ ਤੇ ਖਤਮ ਕਰ ਦਿੰਦੀ ਹੈ, ਇਵੇਂ ਹਸਦ ਜਿਹੜਾ ਹੈ ਉਹ ਨੇਕੀਆਂ ਨੂੰ ਖਤਮ ਕਰ ਦਿੰਦਾ ਹੈ। ਲੋ ਇਹਨਾਂ ਅਲਫਾਜ਼ ਨਾਲ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਅਗਰ ਤੁਹਾਨੂੰ ਇਹ ਵੀਡੀਓ ਮੇਰੀ ਅੱਛੀ ਲੱਗੀ ਹੈ ਤੇ ਇਹਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਇੱਕ ਅੱਛਾ ਜਿਹਾ ਕਮੈਂਟ ਲਾਜ਼ਮੀ ਕਰਨਾ ਤੇ ਲਾਈਕ ਵੀ ਕਰ ਦੇਣਾ। अस्सलामु अलैकुम व रहमतुल्लाहि व बरकातुहू।